एवरीवन अज आप थर्ड चैप्टर करांगे कंप्यूटर नैटवर्क्स ते इहदे विच इंट्रोडक्शन आ कि कंप्यूटर नैटवर्क हुंदा की है। तो सब तो पहला कंप्यूटर नैटवर्क आ जिहड़ा वो बेस हुंदा है साडी कम्यूनीकेशन दा, जिहड़ी साडी इनफॉर्मेशन हुंदी आ इहदे राही ही एक जगह तो दूसरी जगह ते सेंड हुंदी आ। जिवें कि असीं किसी नूं कोई मेल भेजनी हुंदी आ या किसी भी तरह की कोई वट्सएप मैसेज ਜਾਂ कोई सोशल नैटवर्किंग साइट्स ਦੇ ਦੁਆਰਾ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਵਿਚਾਰਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਦੂਸਰੇ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ। ਤਾਂ ਇਹ ਨੈਟਵਰਕ ਹੀ ਹੁੰਦਾ ਹੈ ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ। ਤੇ ਜੇ ਇਹ ਨੈਟਵਰਕ ਨਾ ਹੋਵੇ ਤਾਂ ਅਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ। ਤਾਂ ਕੰਪਿਊਟਰ ਨੈਟਵਰਕ ਆ ਜਿਹੜਾ ਬੇਸ ਆ ਕਮਿਊਨੀਕੇਸ਼ਨ ਦਾ ਇਨਫੋਰਮੇਸ਼ਨ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕਮਿਊਨੀਕੇਸ਼ਨ ਦਾ ਇੱਕ ਬੇਸ ਆ ਕੰਪਿਊਟਰ ਨੈਟਵਰਕ ਹੀ ਸਾਡੀ ਹੈਲਪ ਕਰਦਾ ਹੈ ਜਿਹਦੇ ਨਾਲ ਅਸੀਂ ਇੱਕ ਜਗ੍ਹਾ ਤੇ ਬੈਠੇ ਹੋਏ ਦੂਰ ਦੇ ਲੋਕਾਂ ਨੂੰ ਆਪਣੀ ਜਿਹੜੀ ਇਨਫੋਰਮੇਸ਼ਨ ਆ ਸ਼ੇਅਰ ਕਰ ਸਕਦੇ ਹਾਂ, ਪਹੁੰਚਾ ਸਕਦੇ ਹਾਂ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੋਵੇ। ਤੇ ਨੈਟਵਰਕ ਦੀਆਂ ਆਪਣੇ ਵੇਜ਼ ਹੁੰਦੇ ਆ ਜਿਹਦੇ ਰਾਹੀਂ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਹੁੰਦੀ ਆ। ਇਹਦੀ ਡਿਫਰੈਂਟ ਟਾਈਪਸ ਹੁੰਦੀਆਂ, ਆਪਣੀਆਂ ਬਹੁਤ ਸਾਰੀਆਂ ਕਿਸਮਾਂ ਹੈ ਜਿਹਦੇ ਕਰਕੇ ਜਿਹੜਾ ਨੈਟਵਰਕ ਹੈਗਾ ਆਪਣਾ ਕੰਮ ਕਰਦਾ ਹੈ। ਤੇ ਸਿੰਪਲ ਸ਼ਬਦਾਂ ਦੇ ਵਿੱਚ ਜੇ ਅਸੀਂ ਕਹੀਏ ਕਿ ਇਹ ਸੈਟ ਆਫ ਕੰਪਿਊਟਰਸ ਹੁੰਦਾ ਹੈ ਜਿਹੜੇ ਕਿ ਇੱਕ ਦੂਸਰੇ ਦੇ ਨਾਲ ਕਨੈਕਟ ਹੋਏ ਹੁੰਦੇ ਆ ਕੋਈ ਵੀ ਮੀਡੀਆ ਯੂਜ਼ ਕਰਕੇ, ਕਿਸੇ ਵੀ ਮਾਧਿਅਮ ਦੇ ਰਾਹੀਂ, ਚਾਹੇ ਉਹ ਫੋਨ ਹੋਵੇ, ਚਾਹੇ ਉਹ ਕੰਪਿਊਟਰ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਡਿਵਾਈਸ ਹੋਵੇ ਜੋ ਸਾਡੀ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕਦੀ ਹੋਵੇ। ਜਿਵੇਂ ਕਿ ਇਸ ਪਿਕਚਰ ਦੇ ਵਿੱਚ ਦਿਖਾਇਆ ਗਿਆ ਹੈ ਕਿ ਇਹ ਜਿਹੜਾ ਇੱਕ ਨੈਟਵਰਕ ਦੇ ਜ਼ਰੀਏ ਇਹ ਸਾਰੇ ਜਿਹੜੀਆਂ ਚੀਜ਼ਾਂ ਇੱਕ ਦੂਸਰੇ ਨਾਲ ਕਨੈਕਟ ਹੋ ਰਹੀਆਂ ਹੈ। ਤੇ ਇਹ ਨੈਟਵਰਕ ਹੀ ਹੈ ਜਿਹੜਾ ਸਾਰਿਆਂ ਨੂੰ ਕਨੈਕਟ ਕਰਕੇ ਰੱਖਦਾ ਹੈ ਇੱਕ ਦੂਸਰੇ ਦੇ ਨਾਲ। ਨੀਡ ਆਫ ਨੈਟਵਰਕਿੰਗ ਦੀ ਲੋੜ ਕਿਉਂ ਹੁੰਦੀ ਆ? ਤਾਂ ਜਿਵੇਂ ਕਿ ਮੈਂ ਹੁਣੀ ਦੱਸ ਕੇ ਹਟੀ ਹਾਂ ਕਿ ਸਾਡੀਆਂ ਫਾਈਲਾਂ ਜਾਂ ਜਿੰਨੀ ਵੀ ਸਾਡੀ ਇਨਫੋਰਮੇਸ਼ਨ ਹੈਗੀ ਆ ਉਹ ਇੱਕ ਥਾਂ ਤੋਂ ਅਸੀਂ ਦੂਸਰੇ ਥਾਂ 'ਤੇ ਦੂਸਰੇ ਲੋਕਾਂ ਦੇ ਨਾਲ ਅਸੀਂ ਸ਼ੇਅਰ ਕਰਨੀ ਆ, ਜਾਂ ਫਾਈਲਾਂ ਭੇਜਣੀਆਂ ਹੈ ਜਾਂ ਲੈਣੀਆਂ ਹੈ ਕਿਸੇ ਤੋਂ ਫਾਈਲਾਂ, ਉਹ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਹੈ। ਤਾਂ ਉਹ ਉਹਨਾਂ ਚੀਜ਼ਾਂ ਨੂੰ ਸ਼ੇਅਰ ਕਰਨ ਦੇ ਲਈ, ਉਸ ਇਨਫੋਰਮੇਸ਼ਨ ਨੂੰ ਸ਼ੇਅਰ ਕਰਨ ਦੇ ਲਈ ਕੰਪਿਊਟਰ ਦੇ ਉੱਤੇ ਸਾਨੂੰ ਨੈਟਵਰਕਿੰਗ ਦੀ ਲੋੜ ਪੈਂਦੀ ਆ, ਨੈਟਵਰਕ ਦੀ ਲੋੜ ਪੈਂਦੀ ਆ। ਤਾਂ ਨੈਟਵਰਕਿੰਗ ਦਾ ਮਤਲਬ ਆ ਕਮਿਊਨੀਕੇਸ਼ਨ ਅਤੇ ਸ਼ੇਅਰਿੰਗ, ਕਮਿਊਨੀਕੇਟ ਹੋਣਾ, ਇੱਕ ਦੂਸਰੇ ਦੇ ਨਾਲ ਜੁੜਨਾ ਅਤੇ ਸ਼ੇਅਰ ਕਰਨਾ ਆਪਣੀਆਂ ਫਾਈਲਾਂ ਨੂੰ। ਤਾਂ ਨੈਟਵਰਕਿੰਗ ਦਾ ਸਿੰਪਲ ਮੀਨਿੰਗ ਇਹੀ ਆ ਕਿ ਆਪਣੀਆਂ ਇਨਫੋਰਮੇਸ਼ਨ ਆ ਜਿਹੜੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਲ ਹੈਗੀ ਆ ਨੈਟਵਰਕ ਦੇ ਉੱਤੇ ਜਦੋਂ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਸ਼ੇਅਰ ਕਰਦੇ ਹਾਂ ਤਾਂ ਉਹ ਨੈਟਵਰਕ ਹੀ ਉਸ ਕੰਮ ਨੂੰ ਨੇਪਰੇ ਚਾੜ੍ਹਦਾ ਏ। ਤੇ ਇੰਪੋਰਟੈਂਟ ਰੋਲ ਆ ਜਿਹੜਾ ਅਦਾ ਕਰਦਾ ਹੈ। ਜਿਵੇਂ ਕਿ ਅਸੀਂ ਕੋਈ ਮੇਲ ਸੈਂਡ ਕਰਨੀ ਆ, ਕੋਈ ਵੀਡੀਓ ਸੈਂਡ ਕਰਨੀ ਆ, ਜਾਂ ਕਿਸੇ ਵੀ ਤਰ੍ਹਾਂ ਦੀ ਮੈਸੇਜਿੰਗ ਕਰਨੀ ਆ ਦੂਸਰੇ ਲੋਕਾਂ ਦੇ ਨਾਲ, ਆਪਣੇ ਜਿਹੜੇ ਫਰੈਂਡਸ ਹੁੰਦੇ ਆ ਉਹਨਾਂ ਦੇ ਨਾਲ, ਜਾਂ ਕੋਈ ਵੀ ਜਿਹਨੂੰ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੁੰਦੀ ਆ ਤਾਂ ਉਹ ਨੈਟਵਰਕ ਦੇ ਜ਼ਰੀਏ ਹੀ ਅਸੀਂ ਕਰ ਸਕਦੇ ਹਾਂ। ਅਸੀਂ ਆਪਣੀਆਂ ਡਿਵਾਈਸਿਸ ਆ ਉਹ ਸ਼ੇਅਰ ਕਰ ਸਕਦੇ ਹਾਂ, ਚਾਹੇ ਉਹ ਸਕੈਨਰ ਆ, ਪ੍ਰਿੰਟਰ ਆ, ਫੋਟੋਕਾਪੀਅਰ ਆ। ਤਾਂ ਫਾਈਲਾਂ ਹੈ ਜਿਹੜੀਆਂ, ਚਾਹੇ ਉਹ ਕੋਈ ਸੋਫਟਵੇਅਰ ਹੋਵੇ ਉਹ ਅਸੀਂ ਸ਼ੇਅਰ ਕਰ ਸਕਦੇ ਹਾਂ, ਠੀਕ ਹੈ। ਅਤੇ ਇਹਦੇ ਨਾਲ ਸਾਡੀ ਜਿਹੜੀ ਇਨਫੋਰਮੇਸ਼ਨ ਆ ਈਜ਼ਲੀ ਸ਼ੇਅਰ ਹੋ ਜਾਂਦੀ ਆ ਨੈਟਵਰਕ ਦੀ ਹੈਲਪ ਦੇ ਨਾਲ। ਅਤੇ ਯੂਜ਼ਰ ਆ ਜਿਹੜਾ ਆਪਣਾ ਕੋਈ ਵੀ ਕੰਮ ਹੈਗਾ ਉਹ ਆਸਾਨੀ ਦੇ ਨਾਲ ਇੱਕ ਥਾਂ 'ਤੇ ਬੈਠਾ ਹੋਇਆ ਬਹੁਤ ਦੂਰ ਦੇ ਲੋਕਾਂ ਨੂੰ ਆਪਣੀ ਇਨਫੋਰਮੇਸ਼ਨ ਪਹੁੰਚਾ ਸਕਦਾ ਹੈ। ਅੱਗੇ ਹੈ OSI ਲੇਅਰਸ। OSI ਦੀ ਫੁੱਲ ਫਾਰਮ ਹੈ ਓਪਨ ਸਿਸਟਮਸ ਇੰਟਰਕਨੈਕਸ਼ਨ, ਕਿ ਜਿਹੜੇ ਓਪਨਲੀ ਸਿਸਟਮ ਹੁੰਦੇ ਆ ਉਹ ਇੰਟਰਕਨੈਕਟ ਹੁੰਦੇ ਆ ਨੈਟਵਰਕ ਦੇ ਜ਼ਰੀਏ। ਅਤੇ ਇਹ ਜਿਹੜਾ ਡਿਵੈਲਪ ਹੋਇਆ ਸੀਗਾ, ਇਹਨੂੰ ਡਿਵੈਲਪ ਕੀਤਾ ਗਿਆ ਸੀ ISO ਦੇ ਦੁਆਰਾ। ISO ਦੀ ਫੁੱਲ ਫਾਰਮ ਹੈਗੀ ਆ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਟੈਂਡਰਡਾਈਜੇਸ਼ਨ 1984 ਦੇ ਵਿੱਚ, 1984 ਦੇ ਵਿੱਚ। ਅਤੇ ਇਹ ਇੱਕ 7 ਲੇਅਰਸ ਵਾਲਾ ਆਰਕੀਟੈਕਚਰ ਹੁੰਦਾ ਹੈ ਅਤੇ ਹਰ ਇੱਕ ਲੇਅਰ ਦੀ ਕੁਝ ਖਾਸ ਕੰਮ ਹੁੰਦੇ ਆ, ਕੋਈ ਖਾਸ ਕੰਮ ਪਰਫੋਰਮ ਕਰਦੀ ਆ ਹਰ ਇੱਕ ਜਿਹੜੀ ਲੇਅਰ ਆ। ਅਤੇ ਇਹ ਸਾਰੀਆਂ ਲੇਅਰਸ ਆ ਜਿਹੜੀਆਂ ਇਹ ਡਾਟੇ ਨੂੰ ਟਰਾਂਸਫਰ ਕਰਨ ਦੇ ਲਈ ਇੱਕ ਜਗ੍ਹਾ ਤੋਂ ਇੱਕ ਪਰਸਨ ਤੋਂ ਦੂਸਰੀ ਥਾਂ 'ਤੇ ਚਾਹੇ ਉਹ ਕਿਤੇ ਵੀ ਬੈਠਾ ਹੋਵੇ ਹੈਲਪ ਕਰਦੀਆਂ। ਇਹ ਸਾਰੀਆਂ 7 ਲੇਅਰਸ ਆ ਜਿਹੜੀਆਂ ਡਾਟਾ ਨੂੰ ਟਰਾਂਸਫਰ ਕਰਨ ਦੇ ਲਈ ਇੱਕ ਦੂਸਰੇ ਦੇ ਕੋਲੈਬੋਰੇਸ਼ਨ ਦੇ ਨਾਲ ਜਿਹੜਾ ਆਪਣਾ ਕੰਮ ਆ ਉਹ ਕਰਦੀਆਂ ਹੈ, ਜਿਹਦੇ ਨਾਲ ਇਨਫੋਰਮੇਸ਼ਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੀ ਹੈ, ਚਾਹੇ ਦੁਨੀਆ ਦਾ ਕੋਈ ਵੀ ਕੋਨਾ ਹੋਵੇ।
ਤੇ ਇਹ ਜਿਹੜੀਆਂ ਲੇਅਰਸ ਹੈਗੀਆਂ ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ। ਤੇ ਇਹ ਸਟਾਰਟਿੰਗ ਜਿਹੜਾ ਪੁਆਇੰਟ ਹੈ ਫਿਜ਼ੀਕਲ ਲੇਅਰ, ਜਿਹੜੀ ਕਿ ਸਭ ਤੋਂ ਨੀਚੇ ਵਾਲੀ ਲੇਅਰ ਹੈ, ਫਿਜ਼ੀਕਲ ਲੇਅਰ ਹੈ, ਡਾਟਾ ਲਿੰਕ ਲੇਅਰ ਹੈ, ਨੈਟਵਰਕ ਲੇਅਰ, ਟਰਾਂਸਪੋਰਟ ਲੇਅਰ, ਸੈਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ, ਐਪਲੀਕੇਸ਼ਨ ਲੇਅਰ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਲੇਅਰ ਦੀ। ਫਿਜ਼ੀਕਲ ਲੇਅਰ ਜਿਹੜਾ ਹੈਗਾ ਆ ਇਹਦਾ ਮੇਨ ਫੰਕਸ਼ਨ ਕੀ ਆ, ਇਹਦਾ ਮੇਨ ਕੰਮ ਕੀ ਆ, ਟਰਾਂਸਮਿਟ ਕਰਨਾ ਕਿਸ ਚੀਜ਼ ਨੂੰ, ਬਿਟਸ ਨੂੰ। ਬਿਟਸ ਜਿਹੜੀ ਸਾਡੀ ਇਨਫੋਰਮੇਸ਼ਨ ਹੁੰਦੀ ਆ ਕੋਡਸ ਦੇ ਵਿੱਚ, ਤਾਂ ਉਹ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਨੋਡ ਤੋਂ, ਨੋਡ ਕੀ ਹੁੰਦਾ ਹੈ, ਕੋਈ ਵੀ ਸਾਡੀ ਡਿਵਾਈਸ, ਚਾਹੇ ਉਹ ਸਾਡਾ ਫੋਨ ਹੈ, ਚਾਹੇ ਉਹ ਸਾਡਾ ਕੰਪਿਊਟਰ ਹੈ, ਸਾਡੀ ਜਿਹੜੀ ਫਿਜ਼ੀਕਲ ਡਿਵਾਈਸ ਹੈ, ਤਾਂ ਉਹਦੇ ਉੱਤੋਂ ਇਸ ਇਨਫੋਰਮੇਸ਼ਨ ਨੂੰ, ਇਸ ਡਾਟੇ ਨੂੰ ਉਸ ਡਿਵਾਈਸ ਤੋਂ ਦੂਸਰੀ ਡਿਵਾਈਸ ਤੱਕ ਪਹੁੰਚਾਉਣਾ ਇਹਦਾ ਕੰਮ ਹੁੰਦਾ ਹੈ, ਡਾਟੇ ਨੂੰ ਪਹੁੰਚਾਉਣਾ ਇਹਦਾ ਕੰਮ ਹੁੰਦਾ ਹੈ ਇੱਕ ਨੋਡ ਤੋਂ ਦੂਸਰੇ ਨੋਡ ਤੱਕ। ਤੇ ਇਹ ਸਭ ਤੋਂ ਹੇਠਲੀ ਲੇਅਰ ਹੁੰਦੀ ਆ OSI ਮਾਡਲ ਦੀ, ਤੇ ਇਹ ਮੇਨਟੇਨ ਕਰਦੀ ਆ ਕਨੈਕਸ਼ਨ ਨੂੰ ਨੈਟਵਰਕ ਦੇ ਵਿੱਚ ਕਿ ਜਿਹਦੇ ਨਾਲ ਡਾਟਾ ਹੈ ਜਿਹੜਾ ਉਹ ਟਰਾਂਸਮਿਟ ਹੁੰਦਾ ਹੈ। ਤੇ ਉਸ ਤੋਂ ਬਾਅਦ ਹੈਗੀ ਹੈ ਡਾਟਾ ਲਿੰਕ ਲੇਅਰ। ਡਾਟਾ ਲਿੰਕ ਲੇਅਰ ਜਿਹੜੀ ਆ ਇਹ ਰਿਸਪੌਂਸੀਬਲ ਹੁੰਦੀ ਆ ਟਰਾਂਸਫਰ ਕਰਨ ਦੇ ਲਈ ਜਿਹੜਾ ਡਾਟਾ ਹੈਗਾ ਇਹ ਫਰੇਮਸ, ਡਾਟਾ ਫਰੇਮ ਹੁੰਦੇ ਆ ਬਣੇ ਹੋਏ, ਮਤਲਬ ਸੀਕੁਐਂਸ ਦੇ ਵਿੱਚ ਜਿਹੜਾ ਡਾਟਾ ਹੈ ਉਹ ਇਕੱਠਾ ਹੋ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦਾ ਹੈ, ਚਾਹੇ ਉਹ ਬਿਟਸ ਦੇ ਵਿੱਚ ਹੋਏ, ਚਾਹੇ ਉਹ ਸਿੰਬਲਸ ਦੇ ਵਿੱਚ ਹੋਏ, ਉਹਨਾਂ ਦੀ ਇੱਕ ਸੀਕੁਐਂਸ ਬਣੀ ਹੁੰਦੀ ਆ, ਸੀਕੁਐਂਸ ਵਾਈਜ਼ ਜਿਹੜਾ ਡਾਟਾ ਹੈ ਉਹ ਜਾਂਦਾ ਹੈ। ਇਸ ਲਿੰਕ, ਇਸ ਲੇਅਰ ਦੀ ਹੈਲਪ ਦੇ ਨਾਲ ਇਹ ਜਿਹੜਾ ਡਾਟਾ ਹੈ ਉਹ ਟਰਾਂਸਫਰ ਹੁੰਦਾ ਹੈ ਇੱਕ ਨੋਡ ਤੋਂ ਦੂਸਰੇ ਨੋਡ ਤੱਕ ਬਿਨਾਂ ਕਿਸੇ ਐਰਰ ਤੋਂ। ਤੇ ਇਹਦੇ ਵਿੱਚ ਕੀ ਹੈ ਕਿ ਇਹ ਬਹੁਤ ਰਿਲੀਏਬਲ ਹੁੰਦਾ ਹੈ, ਐਫੀਸ਼ੀਐਂਟ ਹੁੰਦਾ ਹੈ। ਇਹ ਕਮਿਊਨੀਕੇਸ਼ਨ ਆ ਜਿਹੜੀ ਦੋ ਨੋਡਸ ਦੇ ਵਿਚਕਾਰ ਉਹ ਆਸਾਨੀ ਦੇ ਨਾਲ ਹੋ ਜਾਂਦੀ ਹੈ ਇਹਦੀ ਮਦਦ ਦੇ ਕਰਕੇ। ਤੇ ਇਹ ਮੇਨਲੀ ਰਿਸਪੌਂਸੀਬਲ ਹੁੰਦਾ ਹੈ ਆਇਡੈਂਟੀਫਿਕੇਸ਼ਨ ਦੇ ਲਈ ਕਿ ਹਰ ਇੱਕ ਜਿਹੜੀ ਡਿਵਾਈਸ ਹੈਗੀ ਆ ਉਹ ਕਿੱਥੋਂ ਕੀ ਉਹਦੀ ਆਇਡੈਂਟੀਟੀ ਕੀ ਹੈਗੀ ਆ, ਕੀ ਐਡਰੈਸ ਹੈਗਾ ਹੈ, ਤੇ ਉਸ ਚੀਜ਼ ਨੂੰ ਦੇਖ ਕੇ ਇਹ ਜਿਹੜਾ ਡਾਟਾ ਹੈਗਾ ਹੈ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸੈਂਡ ਕਰਨ ਦੇ ਲਈ ਰਿਸਪੌਂਸੀਬਲ ਹੁੰਦੀ ਆ। ਥਰਡ ਹੈ ਨੈਟਵਰਕ ਲੇਅਰ। ਨੈਟਵਰਕ ਲੇਅਰ ਜਿਹੜੀ ਇਹ ਮੈਨੇਜ ਕਰਦੀ ਆ ਡਿਵਾਈਸਸ ਦੇ ਐਡਰੈਸਸ ਨੂੰ, ਉਹਨਾਂ ਦੇ ਐਡਰੈਸ ਨੂੰ ਮੈਨੇਜ ਕਰਦੀ ਆ, ਟਰੈਕ ਕਰਦੀ ਆ ਲੋਕੇਸ਼ਨ ਨੂੰ ਕਿ ਡਿਵਾਈਸ ਕਿੱਥੇ ਹੈਗੀ ਨੈਟਵਰਕ ਦੇ ਉੱਤੇ। ਤੇ ਇਹਦਾ ਕੰਮ ਹੁੰਦਾ ਇਸ ਚੀਜ਼ ਨੂੰ ਦੇਖਣਾ ਕਿ ਬੈਸਟ ਪਾਥ ਕਿਹੜਾ ਹੈਗਾ ਹੈ ਜਿਹੜਾ ਜਿਹਦੇ ਰਾਹੀਂ ਡਾਟਾ ਹੈ ਜਿਹੜਾ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਏਗਾ, ਸੋਰਸ ਟੂ ਡੈਸਟੀਨੇਸ਼ਨ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਏਗਾ। ਤਾਂ ਪ੍ਰਾਇੋਰਟੀ ਇਸ ਚੀਜ਼ ਦੇ ਵਿੱਚ ਸਰਵਿਸ ਦੀ ਹੁੰਦੀ ਆ, ਤੇ ਇਹ ਸਾਰਾ ਕੁਝ ਮੇਨਟੇਨ ਕਰਨਾ ਨੈਟਵਰਕ ਲੇਅਰ ਦਾ ਕੰਮ ਹੁੰਦਾ ਏ। ਤੇ ਰਿਸਪੌਂਸੀਬਲ ਹੁੰਦੀ ਆ ਰੂਟ ਬਣਾਉਣ ਦੇ ਲਈ ਵੀ, ਰੂਟਿੰਗ ਦੇ ਲਈ ਕਿ ਕਿੱਧਰੋਂ ਦੀ ਹੋ ਕੇ ਜਿਹੜਾ ਡਾਟਾ ਹੈ ਉਹ ਇੱਕ ਡਿਵਾਈਸ ਤੋਂ ਦੂਸਰੀ ਡਿਵਾਈਸ ਤੱਕ ਪਹੁੰਚੇਗਾ। ਪੈਕਟਸ ਦੇ ਵਿੱਚ ਜਿਹੜਾ ਡਾਟਾ ਹੈਗਾ ਹੈ ਉਹ ਜਾਂਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ। ਨੈਕਸਟ ਹੈ ਟਰਾਂਸਪੋਰਟ ਲੇਅਰ। ਟਰਾਂਸਪੋਰਟ ਲੇਅਰ ਆ ਜਿਹੜੀ ਇਹ ਇਸ ਚੀਜ਼ ਨੂੰ ਯਕੀਨੀ ਬਣਾਉਂਦੀ ਆ ਕਿ ਮੈਸੇजेस ਆ ਜਿਹੜੇ ਉਹ ਟਰਾਂਸਮਿਟ ਹੁੰਦੇ ਆ ਇੱਕ ਆਰਡਰ ਦੇ ਵਿੱਚ, ਕਿ ਉਹ ਕਿਸ ਤਰੀਕੇ ਦੇ ਨਾਲ ਜਾਣਗੇ, ਡੁਪਲੀਕੇਸ਼ਨ ਤਾਂ ਨਹੀਂ ਹੈਗੀ, ਕਿਸ ਡਾਟਾ ਜਿਹੜਾ ਸੇਮ ਹੁੰਦਾ ਹੈ, ਜੇ ਕਿਸੇ ਜਗ੍ਹਾ ਤੇ ਡਾਟਾ ਸੇਮ ਹੋ ਜਾਂਦਾ ਹੈ ਤਾਂ ਉਸ ਚੀਜ਼ ਨੂੰ ਇਹ ਆਪਣੇ ਆਪ ਸੋਲਵ ਕਰਕੇ ਉਸ ਤਰੀਕੇ ਦੇ ਨਾਲ ਉਸ ਡਿਵਾਈਸ ਤੱਕ, ਉਸ ਡੈਸਟੀਨੇਸ਼ਨ ਤੱਕ ਪਹੁੰਚਾਉਣਾ ਇਹਦਾ ਕੰਮ ਹੁੰਦਾ ਹੈ ਕਿ ਡੁਪਲੀਕੇਸ਼ਨ ਨਹੀਂ ਆਉਣ ਦੇਣੀ ਤੇ ਐਰਰਸ ਆ ਜਿਹੜੀਆਂ ਨਹੀਂ ਆਉਣ ਦੇਣੀਆਂ, ਤੇ ਡਾਟਾ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਵੇ। ਤੇ ਇਹਦੀ ਮੇਨ ਰਿਸਪੌਂਸਿਬਿਲਟੀ ਹੈਗੀ ਆ ਟਰਾਂਸਪੋਰਟ ਕਰਨਾ, ਟਰਾਂਸਫਰ ਕਰਨਾ ਡਾਟਾ ਨੂੰ ਪੂਰੀ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ। ਇਹ ਰਿਸੀਵ ਕਰਦੀ ਆ ਡਾਟਾ ਨੂੰ ਅਪਰ ਲੇਅਰ ਤੋਂ ਤੇ ਫਿਰ ਕਨਵਰਟ ਕਰ ਦਿੰਦੀ ਆ ਸਮੋਲਰ ਯੂਨਿਟਸ ਦੇ ਵਿੱਚ ਜਿਨ੍ਹਾਂ ਨੂੰ ਸੈਗਮੈਂਟਸ ਬੋਲਿਆ ਜਾਂਦਾ ਹੈ। ਤੇ ਇਹ ਜਿਹੜੀ ਲੇਅਰ ਆ ਇਹਨੂੰ ਐਂਡ ਟੂ ਐਂਡ ਲੇਅਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਲੈ ਕੇ ਸੋਰਸਸ ਤੋਂ ਡੈਸਟੀਨੇਸ਼ਨ ਤੱਕ ਜਿਹੜਾ ਡਾਟਾ ਹੈਗਾ ਵਧੀਆ ਤਰੀਕੇ ਦੇ ਨਾਲ ਟਰਾਂਸਫਰ ਕਰਨ ਲਈ ਜ਼ਿੰਮੇਵਾਰ ਹੁੰਦੀ ਆ। ਨੈਕਸਟ ਹੈ ਸੈਸ਼ਨ ਲੇਅਰ। ਤੇ ਜਿਹੜੀ ਸੈਸ਼ਨ ਲੇਅਰ ਹੈਗੀ ਆ ਇਹ 5th ਲੇਅਰ ਹੈਗੀ ਆ, ਤੇ ਜਿਹੜੀ ਕੰਟਰੋਲ ਕਰਦੀ ਆ ਕਨੈਕਸ਼ਨਸ ਨੂੰ, ਜਿਹੜੇ ਮਲਟੀਪਲ ਕੰਪਿਊਟਰ ਆ ਜਿਹੜੇ ਇੱਕ ਦੂਸਰੇ ਦੇ ਨਾਲ ਕਨੈਕਟ ਹੋਏ ਹੋਏ ਹੁੰਦੇ ਆ, ਤੇ ਉਹਨਾਂ ਚੀਜ਼ਾਂ ਨੂੰ ਉਹਨਾਂ ਕਨੈਕਸ਼ਨਸ ਨੂੰ ਕੰਟਰੋਲ ਕਰਨਾ ਇਹਦਾ ਕੰਮ ਹੁੰਦਾ ਏ। ਇਹ ਟਰੈਕ ਕਰਦੀ ਆ ਡਾਇਲੌਗਸ ਨੂੰ ਜਿਹੜੇ ਕਿ ਦੋ ਪ੍ਰੋਸੈਸਸ ਦੇ ਵਿਚਕਾਰ ਹੋ ਰਹੇ ਹੁੰਦੇ ਆ, ਡਾਟਾ ਜਿਹੜਾ ਟਰਾਂਸਫਰ ਹੋ ਰਿਹਾ ਹੁੰਦਾ ਏ, ਤਾਂ ਉਸ ਚੀਜ਼ ਨੂੰ ਕੰਟਰੋਲ ਕਰਦੀ ਹੋਈ
ਇਹ ਜਿਹੜਾ ਜੋ ਵੀ ਡਾਟਾ ਹੈ, ਜੋ ਵੀ ਇਨਫੋਰਮੇਸ਼ਨ ਹੈ, ਜੋ ਵੀ ਮੈਸੇजेस ਹੈਗੇ ਆ ਉਹ ਸੈਂਡ ਕਰਨਾ ਇਹਦਾ ਕੰਮ ਹੁੰਦਾ ਏ। ਇਹ ਕੁਝ ਚੈੱਕ ਪੁਆਇੰਟਸ ਆ ਜਿਹੜੇ ਉਹ ਐਡ ਕਰ ਦਿੰਦੀ ਆ, ਜਿਹਦੇ ਨਾਲ ਆ ਡਾਟਾ ਜਿਹੜਾ ਸੀਕੁਐਂਸ ਵਾਈਜ਼ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦਾ ਏ। ਤੇ ਜੇ ਰਸਤੇ ਦੇ ਵਿੱਚ ਕੋਈ ਐਰਰ ਆ ਜੇ ਤਾਂ ਉਸ ਐਰਰ ਨੂੰ ਸੋਲਵ ਕਰਕੇ ਅੱਗੇ ਪਹੁੰਚਾਉਣਾ ਇਹਦਾ ਕੰਮ ਆ। ਤੇ ਜੇ ਐਰਰ ਆ ਜੇ ਤਾਂ ਜਿਹੜੇ ਚੈੱਕ ਪੁਆਇੰਟਸ ਬਣੇ ਹੋਏ ਹੁੰਦੇ ਆ ਉੱਥੇ ਐਰਰ ਆਉਣ ਕਰਕੇ ਇਹ ਰੋਕ ਲੈਂਦਾ ਏ ਤੇ ਫਿਰ ਐਰਰ ਨੂੰ ਸੋਲਵ ਕਰਕੇ ਉਸ ਤੋਂ ਅੱਗੇ ਆ ਜਿਹੜਾ ਡਾਟਾ ਸੈਂਡ ਕਰਨਾ ਇਹਦਾ ਕੰਮ ਹੁੰਦਾ ਏ। ਤੇ ਇਹਨੂੰ ਸਿੰਕਰੋਨਾਈਜੇਸ਼ਨ ਕਿਹਾ ਜਾਂਦਾ ਏ ਇਸ ਚੀਜ਼ ਨੂੰ। ਉਸ ਤੋਂ ਬਾਅਦ ਹੈ ਪ੍ਰੈਜੈਂਟੇਸ਼ਨ ਲੇਅਰ ਜਿਹੜੀ ਇਹ ਸਿੰਟੈਕਸ ਦੇ ਨਾਲ ਸੰਬੰਧਿਤ ਹੁੰਦੀ ਆ। ਜਿਹੜੀ ਇਨਫੋਰਮੇਸ਼ਨ ਐਕਸਚੇਂਜ ਹੁੰਦੀ ਆ ਦੋ ਸਿਸਟਮ ਦੇ ਵਿਚਕਾਰ, ਤਾਂ ਉੱਥੇ ਇਹ ਜਿਹੜੇ ਜਿਸ ਰੂਪ ਦੇ ਵਿੱਚ ਡਾਟਾ ਹੁੰਦਾ ਏ ਉਸ ਚੀਜ਼ ਨੂੰ ਸੋਲਵ ਕਰਨਾ ਇਹਦਾ ਕੰਮ ਆ। ਇਹ ਐਕਟ ਕਰਦੀ ਆ ਡਾਟਾ ਟਰਾਂਸਲੇਟਰ ਦਾ, ਨੈਟਵਰਕ ਦੇ ਉੱਤੇ ਟਰਾਂਸਲੇਟ ਕਰਨਾ ਡਾਟੇ ਨੂੰ। ਦਿਸ ਲੇਅਰ ਇਜ਼ ਪਾਰਟ ਆਫ ਇਹ ਆਪਰੇਟਿੰਗ ਸਿਸਟਮ ਦਾ ਹਿੱਸਾ ਹੁੰਦੀ ਹੈ ਤੇ ਕਨਵਰਟ ਕਰਦੀ ਆ ਡਾਟਾ ਨੂੰ ਵਨ ਪ੍ਰੈਜੈਂਟੇਸ਼ਨ ਫਾਰਮੈਟ ਤੋਂ ਕਿਸੇ ਹੋਰ ਫਾਰਮੈਟ ਦੇ ਵਿੱਚ ਜੋ ਅੱਗੇ ਸਮਝੀ ਜਾ ਸਕਦੀ ਹੋਵੇ ਉਸ ਦੇ ਵਿੱਚ ਬਦਲਣਾ ਇਹਦਾ ਮੁੱਖ ਕੰਮ ਹੁੰਦਾ ਏ। ਤੇ ਇਹਨੂੰ ਸਿੰਟੈਕਸ ਲੇਅਰ ਵੀ ਕਿਹਾ ਜਾਂਦਾ ਏ। ਨੈਕਸਟ ਹੈ ਐਪਲੀਕੇਸ਼ਨ ਲੇਅਰ ਆ ਜਿਹੜੀ ਇਹ ਇੱਕ ਵਿੰਡੋ ਆ ਜਿਹੜੀ ਉਹਦੇ ਤਰੀਕੇ ਦੇ ਨਾਲ ਉਹਦੇ ਵਾਂਗੂ ਸਰਵ ਕਰਦੀ ਆ ਆਪਣੀ ਡਿਊਟੀ ਆ ਜਿਹੜੀ ਯੂਜ਼ਰਸ ਦੇ ਲਈ। ਤੇ ਐਪਲੀਕੇਸ਼ਨ ਪ੍ਰੋਸੈਸਸ ਆ ਜਿਹੜੀਆਂ ਨੈਟਵਰਕ ਸਰਵਿਸ ਦੇ ਲਈ ਉਹਨਾਂ ਨੂੰ ਐਕਸੈਸ ਕਰਨਾ ਇਹਦਾ ਕੰਮ ਹੁੰਦਾ ਏ। ਇਹ ਹੈਂਡਲ ਕਰਦੀ ਆ ਉਹਨਾਂ ਇਸ਼ੂਜ਼ ਨੂੰ, ਜਿਵੇਂ ਕਿ ਨੈਟਵਰਕ ਦੇ ਵਿੱਚ ਕੋਈ ਟਰਾਂਸਪੇਰੈਂਸੀ ਆ ਜਾਂਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਆ, ਜਿਹੜੇ ਵੀ ਇਸ਼ੂਜ਼ ਹੁੰਦੇ ਆ ਉਹਨਾਂ ਨੂੰ ਹੈਂਡਲ ਕਰਦੀ ਆ ਇਹ ਐਪਲੀਕੇਸ਼ਨ ਜਿਹੜੀ। ਇਹ ਸਿਰਫ ਐਪਲੀਕੇਸ਼ਨ ਨਹੀਂ ਹੁੰਦੀਗੀ ਬਟ ਇਹ ਪਰਫਾਰਮ ਕਰਦੀ ਆ ਐਪਲੀਕੇਸ਼ਨ ਦੇ ਕੰਮਾਂ ਨੂੰ। ਐਪਲੀਕੇਸ਼ਨ ਲੇਅਰ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਉਹਨਾਂ ਨੂੰ ਪਰਫਾਰਮ ਕਰਵਾਉਣਾ ਇਹਦਾ ਕੰਮ ਹੁੰਦਾ ਏ। ਤੇ ਇਹ ਸਰਵਿਸ ਦਿੰਦੀ ਆ, ਨੈਟਵਰਕ ਸਰਵਿਸ ਦਿੰਦੀ ਆ ਐਂਡ ਤੱਕ ਦੇ ਯੂਜ਼ਰਸ ਨੂੰ। ਐਂਡ ਤੱਕ ਦੇ ਯੂਜ਼ਰਸ ਮਤਲਬ ਜਿਹੜੇ ਸੋਰਸ ਟੂ ਡੈਸਟੀਨੇਸ਼ਨ, ਮਤਲਬ ਇੱਕ ਬੰਦੇ ਨੇ ਮੈਸੇਜ ਸੈਂਡ ਕਰਤਾ ਤੇ ਜਦੋਂ ਉਹ ਰਿਸੀਵ ਹੋ ਜਾਂਦਾ ਪੂਰੇ ਤਰੀਕੇ ਦੇ ਨਾਲ ਤਾਂ ਉਸ ਚੀਜ਼ ਨੂੰ ਯਕੀਨੀ ਬਣਾਉਣਾ ਐਪਲੀਕੇਸ਼ਨ ਲੇਅਰ ਦਾ ਕੰਮ ਹੁੰਦਾ ਏ। ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਤੇ ਜੇ ਤੁਹਾਨੂੰ ਸਮਝ ਲੱਗ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਥੈਂਕ ਯੂ।